हाँ जी 7th क्लास गुड मॉर्निंग बेटा। ਅੱਜ ਆਪਾਂ ਪੰਜਵਾਂ ਪਾਠ ਕਰਨਾ ਹੈ ਜਿਹਦਾ ਨਾਮ ਹੈ ਕੁਦਰਤੀ ਬਨਸਪਤੀ ਤੇ ਜੰਗਲੀ ਜੀਵ। ਬਨਸਪਤੀ ਕੀ ਹੁੰਦਾ ਰਜੇ? ਬਨਸਪਤੀ ਹੁੰਦਾ ਹੈ ਕੋਈ ਵੀ ਜੜੀ ਬੂਟੀ, ਬੇਲ ਬੂਟੇ, ਰੁੱਖ ਜਿਹੜੇ ਕੁਦਰਤ ਦੇ ਵਿੱਚ ਪਾਏ ਜਾਂਦੇ ਹੈ ਉਹ ਹੁੰਦੀ ਹੈ ਬਨਸਪਤੀ। ਕੁਦਰਤ ਦੇ ਵਿੱਚ ਪਾਏ ਜਾਣ ਤੋਂ ਮਤਲਬ ਹੈ ਕਿ ਜਿਸ ਨੂੰ ਇਨਸਾਨ ਆਪ ਨਹੀਂ ਉਗਾਉਂਦਾ ਬਲਕਿ ਉਹ ਆਪੇ ਹੀ ਉੱਗ ਜਾਂਦੇ ਹੈ, ਮਨੁੱਖ ਨੂੰ ਕੋਸ਼ਿਸ਼ ਨਹੀਂ ਕਰਨੀ ਪੈਂਦੀ ਉਹਨਾਂ ਨੂੰ ਉਗਾਉਣ ਦੀ, ਉਹ ਹੁੰਦੀ ਹੈ ਕੁਦਰਤੀ ਬਨਸਪਤੀ। ਦੇਖੋ ਪਹਿਲੀ ਲਾਈਨ ਦੇਖੋ, ਕਿਸੇ ਸਥਾਨ ਦੀ ਕੁਦਰਤੀ ਬਨਸਪਤੀ ਤੋਂ ਭਾਵ ਉਹਨਾਂ ਜੜੀ ਬੂਟੀਆਂ, ਵੇਲ ਬੂਟਿਆਂ, ਰੁੱਖਾਂ ਤੋਂ ਹੈ ਜਿਹੜੇ ਆਪਣੇ ਆਪ ਮਨੁੱਖ ਦੀ ਕੋਸ਼ਿਸ਼ ਤੋਂ ਬਿਨਾਂ ਉੱਗ ਜਾਂਦੇ ਹਨ। ਕੁਦਰਤੀ ਬਨਸਪਤੀ ਕਿਸੇ ਥਾਂ ਦੇ ਧਰਾਤਲ, ਮਿੱਟੀ ਦੀ ਕਿਸਮ, ਜਲਵਾਯੂ ਦੇ ਕੁੱਲ ਮਿਲਾ ਕੇ ਪ੍ਰਭਾਵ ਨੂੰ ਦਰਸਾਉਂਦਾ ਹੈ। ਲਾਈਨ ਟਿਕ ਕਰੋ। ਕੁਦਰਤੀ ਬਨਸਪਤੀ ਮਨੁੱਖ ਲਈ ਅਮੁੱਲਾ ਸਾਧਨ ਹੈ। ਇਸ ਤੋਂ ਕਈ ਪ੍ਰਕਾਰ ਦੇ, ਇਹ ਵੀ ਲਾਈਨ ਟਿਕ ਕਰਿਓ, क्वेश्चन भी आऊगा ਆਪਾਂ ਨੂੰ ਕਿ ਲੱਕੜੀ ਤੋਂ ਬਿਨਾ ਜਾਂ ਲੱਕੜੀ ਤੋਂ ਇਲਾਵਾ ਬਾਂਸ, ਕਾਗਜ਼ ਬਣਾਉਣ ਵਾਲੇ ਘਾਹ, ਗੂੰਦ, ਗੰਦਾ ਬਰੋਜਾ, ਤਾਰਪੀਨ, ਲਾਖ, ਚਮੜਾ ਰੰਗਣ ਲਈ ਛਿਲਕਾ, ਦਵਾਈਆਂ ਲਈ ਜੜੀ ਬੂਟੀਆਂ ਆਦਿ ਵਸਤਾਂ ਪ੍ਰਾਪਤ ਹੁੰਦੀਆਂ ਹਨ। ਜੰਗਲਾਂ ਦੀ ਲੱਕੜੀ ਤੇ ਕਈ ਉਦਯੋਗ ਨਿਰਭਰ ਕਰਦੇ ਹਨ। ਇਮਾਰਤੀ ਲੱਕੜੀ ਤੋਂ ਇਲਾਵਾ ਇਹ ਫਰਨੀਚਰ, ਖੇਡਾਂ ਦਾ ਸਮਾਨ, ਸਾਗਰੀ ਬੇੜੇ, ਰੇਲਾਂ ਦੇ ਡੱਬੇ, ਸਲੀਪਰ, ਕਾਗਜ਼, ਪਲਾਈਵੁੱਡ, ਸਮਾਨ ਪੈਕ ਕਰਨ ਵਾਲੀਆਂ ਪੇਟੀਆਂ ਆਦਿ ਵੀ ਇਹਨਾਂ ਵਸਤੂਆਂ ਤੋਂ ਬਣਦੀਆਂ ਹਨ। ਵਨ ਅਸਿੱਧੇ ਤੌਰ ਤੇ ਸਾਡੀ ਸਹਾਇਤਾ ਕਰਦੇ ਹਨ। ਇਹ ਪੈਰਾ ਵੀ ਇੰਪੋਰਟੈਂਟ ਹੈ। ਦੇਖੋ ਸਿੱਧੇ ਤੌਰ ਤੇ ਤਾਂ ਆਪਾਂ ਨੂੰ ਉਹ ਚੀਜ਼ਾਂ ਮਿਲ ਜਾਂਦੀਆਂ ਜਿਹੜੀਆਂ ਉੱਪਰ ਗੱਲ ਕੀਤੀਆਂ, ਅਸਿੱਧੇ ਮਤਲਬ ਇਨਡਾਇਰੈਕਟਲੀ ਉਹ ਕਿਵੇਂ ਹੈਲਪ ਕਰਦੇ ਆ ਸਾਡੀ। ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਰੁੱਖ ਕਾਰਬਨ ਡਾਈਆਕਸਾਈਡ ਲੈਂਦੇ ਹੈ, ਆਕਸੀਜਨ ਛੱਡਦੇ ਹੈ, ਤੇ ਮਨੁੱਖ ਆਕਸੀਜਨ ਲੈਂਦਾ ਹੈ, ਕਾਰਬਨ ਡਾਈਆਕਸਾਈਡ ਛੱਡਦਾ ਹੈ। ਜਿੰਨੇ ਜ਼ਿਆਦਾ ਮਨੁੱਖ ਹੋ ਰਹੇ ਹੈ ਤੇ ਰੁੱਖ ਘਟ ਰਹੇ ਹੈ, ਇਹਦੇ ਨਾਲ ਕੀ ਹੋ ਰਿਹਾ ਹੈ? ਇੰਬੈਲੈਂਸ ਹੋ ਰਿਹਾ ਹੈ, ਅਸੰਤੁਲਨ ਹੋ ਰਿਹਾ ਹੈ ਹਵਾ ਦੇ ਵਿੱਚ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਦਾ। ਕਾਰਬਨ ਡਾਈਆਕਸਾਈਡ ਵੱਧ ਰਹੀ ਹੈ, ਆਕਸੀਜਨ ਘਟ ਰਹੀ ਹੈ, ਤੇ ਜੇ ਆਪਾਂ ਵੱਧ ਤੋਂ ਵੱਧ ਰੁੱਖ ਲਗਾਵਾਂਗੇ ਤਾਂ ਉਹ ਕਾਰਬਨ ਡਾਈਆਕਸਾਈਡ ਵੀ ਠੀਕ ਹੋ ਜਾਊਗੀ। ਦੂਜਾ ਆਪਾਂ ਨੂੰ ਫਰਕ ਇਹ ਪੈਂਦਾ ਹੈ ਕਿ ਜਦੋਂ ਕਾਰਬਨ ਡਾਈਆਕਸਾਈਡ ਵੱਧਦੀ ਹੈ, ਗਰਮੀ ਵੱਧਦੀ ਹੈ। ਗਰਮੀ ਵਧੂਗੀ ਤਾਂ ਗਲੇਸ਼ੀਅਰ, ਤਾਪਮਾਨ ਵਧੂਗਾ, ਗਲੇਸ਼ੀਅਰ ਵੀ ਪਿਘਲਣਗੇ ਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆਉਣਗੀਆਂ। ਇਸੇ ਕਰਕੇ ਕਿਹਾ ਜਾਂਦਾ ਹੈ ਜਿੰਨੇ ਵੱਧ ਤੋਂ ਵੱਧ ਰੁੱਖ ਲਗਾ ਸਕਦੇ ਆ ਆਪਾਂ ਨੂੰ ਲਾਣੇ ਚਾਹੀਦੇ ਆ। ਜਿਵੇਂ ਮੰਨ ਲਓ ਨਿੰਮ ਦਾ ਲਾਤਾ, ਬੋਹੜ ਦਾ ਲਾਤਾ, ਕੋਈ ਮਰਜ਼ੀ ਇੰਜ ਲਗਾ ਦਿਓ, ਆਪੇ ਹੀ ਉੱਗ ਜਾਂਦੇ ਆ। ਉਹਨਾਂ ਨੂੰ ਤਾਂ ਪਾਣੀ ਦੇਣ ਦੀ ਲੋੜ ਵੀ ਨਹੀਂ ਪੈਂਦੀ ਜ਼ਿਆਦਾ, ਜੇ ਤੁਸੀਂ ਇੰਨੇ ਬਿਜ਼ੀ ਹੋ। ਠੀਕ ਹੈ, ਨਾਲੇ ਮਿਲਦੇ ਵੀ ਸਸਤੇ ਆ। ਵਰਖਾ ਪੈਣ ਵਿੱਚ ਸਹਾਇਕ ਹੁੰਦੇ ਹਨ। ਤਾਪਮਾਨ ਬਹੁਤਾ ਨਹੀਂ ਵਧਣ ਦਿੰਦੇ। ਹੜਾਂ ਤੇ ਭੂ-ਖੋਰਨ ਤੋਂ ਵੀ ਰੋਕਦੇ ਹਨ ਕਿਉਂਕਿ ਉਹਦੀ ਜੜ੍ਹਾਂ ਹੁੰਦੀਆਂ ਜਿਹੜੀਆਂ ਰੁੱਖਾਂ ਦੀਆਂ, ਉਹ ਮਿੱਟੀ ਨੂੰ ਫੜ ਕੇ ਰੱਖਦੀਆਂ ਤੇ ਉੱਡਣ ਨਹੀਂ ਦਿੰਦੀ ਉਹਨਾਂ ਨੂੰ। ਜਦੋਂ ਮੀਂਹ ਕਣੀ ਹਵਾ ਆਊਗੀ ਤਾਂ ਮਿੱਟੀ ਖੁਰਦੀ ਨਹੀਂ। ਭੋ ਮਤਲਬ ਧਰਤੀ, ਖੁਰਨ ਮਤਲਬ ਖੁਰਨਾ। ਠੀਕ ਹੈ, ਅਤੇ ਭੂਮੀ ਦੇ ਅੰਦਰ ਪਾਣੀ ਰਿਸਣ ਵਿੱਚ ਸਹਾਇਤਾ ਕਰਦੇ ਹਨ। ਵਨ ਮਾਰੂਥਲਾਂ ਦੇ ਫੈਲਾਅ ਨੂੰ ਰੋਕਦੇ ਹਨ। ਵਨ ਮਾਰੂਥਲਾਂ ਦਾ ਫੈਲਾਅ ਦਾ ਕੀ ਮਤਲਬ ਹੈ ਕਿ ਜੇ ਵਣ ਹੋਣਗੇ ਤਾਂ ਮਾਰੂਥਲ ਨਹੀਂ ਬਣਨਗੇ, ਜੇ ਵਣ ਹੈ ਨਹੀਂ ਤਾਂ ਇੱਕ ਦਿਨ ਇਹ ਜਿਹਾ ਆਊਗਾ ਕਿ ਮਿੱਟੀ ਰੇਤੇ 'ਚ ਬਦਲ ਜੂਗੀ, ਮਤਲਬ ਮਾਰੂਥਲ ਬਣ ਜਾਣਗੇ। ਜੰਗਲੀ ਜੀਵਾਂ ਨੂੰ ਵੀ ਆਵਾਸ ਦਿੰਦੇ ਹੈ। ਪੇੜਾਂ ਨੀਚੇ ਜਾਂ ਰੁੱਖਾਂ ਨੀਚੇ ਜੰਗਲੀ ਜੀਵ ਵੀ ਬੈਠਦੇ ਹੈ। ਜੇ ਆਪਾਂ ਪੇੜ ਕੱਟ ਦਾਂਗੇ, ਇੱਕ ਤਾਂ ਕਾਰਬਨ ਡਾਈਆਕਸਾਈਡ ਵੱਧ ਗਈ, ਹੜ੍ਹ ਵੀ ਆਣਗੇ, ਧਰਤੀ ਵੀ ਖੁਰੂਗੀ, ਤਾਪਮਾਨ ਵੀ ਵਧੂਗਾ, ਪੰਛੀਆਂ ਨੂੰ ਆਵਾਸ ਵੀ ਨਹੀਂ ਮਿਲੂਗਾ। ਤੇ ਜੇ ਹੋਣਗੇ ਤਾਂ ਇਹ ਸਾਰੀਆਂ ਚੀਜ਼ਾਂ ਉਲਟ ਹੋਣਗੀਆਂ। ਅੱਗੇ ਸੰਸਾਰ ਵਿੱਚ ਲਗਭਗ 30% ਥਲ ਖੇਤਰ ਵਣਾਂ ਹੇਠ ਹੈ, ਪਰੰਤੂ ਭਿੰਨ-ਭਿੰਨ ਦੇਸ਼ਾਂ ਵਿੱਚ ਇਸ ਪ੍ਰਤੀਸ਼ਤ ਵਿੱਚ ਕਾਫੀ ਵਖਰੇਵਾਂ ਹੈ। ਕਈ ਦੇਸ਼ ਇਸ ਸਾਧਨ ਵਿੱਚ ਚੰਗੇ ਅਮੀਰ ਹਨ ਅਤੇ ਵਣ ਉੱਥੋਂ ਦੀ ਆਰਥਿਕਤਾ ਦਾ ਮਹੱਤਵਪੂਰਨ ਹਿੱਸਾ ਹਨ। ਉੱਤਰੀ ਅਮਰੀਕਾ, ਦੱਖਣੀ ਅਮਰੀਕਾ ਅਤੇ ਰੂਸ ਵਿੱਚ ਵਣਾਂ ਹੇਠ ਖੇਤਰ ਵਧੇਰੇ ਹੈ, ਜਦਕਿ ਯੂਰਪ, ਏਸ਼ੀਆ, ਅਫਰੀਕਾ ਮਹਾਦੀਪ ਵਿੱਚ ਘੱਟ ਹੈ। ਸੰਸਾਰ ਵਿੱਚ ਵੱਧ ਰਹੀ ਵਸੋਂ ਦਾ ਵਣਾਂ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਕਿਉਂਕਿ ਲੋਕ ਕੀ ਕਰਦੇ ਹੈ, ਵਣ ਕੱਟ ਕੇ, ਰੁੱਖ ਕੱਟ ਕੇ ਆਪਦੇ ਘਰ ਬਣਾ ਰਹੇ ਹੈ। ਮਨੁੱਖ ਖੇਤੀਯੋਗ ਭੂਮੀ ਨੂੰ ਪ੍ਰਾਪਤ ਕਰਨ ਹਿੱਤ ਪੂਰਵ ਇਤਿਹਾਸ ਕਾਲ ਤੋਂ ਹੀ ਵਣਾਂ ਦੀ ਕਟਾਈ ਕਰਦਾ ਆ ਰਿਹਾ ਹੈ, ਜਿਸ ਕਰਕੇ ਵਣਾਂ ਹੇਠ ਖੇਤਰ ਹੈ ਜੋ ਨਿਰੰਤਰ ਘਟਦਾ ਜਾ ਰਿਹਾ ਹੈ। ਜੇਕਰ ਇਸੇ ਗਤੀ ਨਾਲ ਕੁਦਰਤੀ ਬਨਸਪਤੀ ਤੇ ਵਣਾਂ ਦਾ ਨਾਸ਼ ਹੁੰਦਾ ਰਿਹਾ ਤਾਂ ਇੱਕ ਦਿਨ ਅਜਿਹਾ ਆਏਗਾ ਕਿ ਲੱਕੜ ਕਿਸੇ ਕੀਮਤ ਤੇ ਨਹੀਂ ਮਿਲੇਗੀ ਅਤੇ ਸੰਸਾਰ ਮਾਰੂਥਲ ਦਾ ਰੂਪ ਧਾਰਨ ਕਰ ਲਵੇਗਾ।
ਇਸ ਲਈ ਵਣਾਂ ਦੀ ਸੰਭਾਲ ਕੀਤੀ ਜਾਵੇ ਅਤੇ ਰੁੱਖ ਕੱਟਣ ਦੇ ਨਾਲ-ਨਾਲ ਨਵੇਂ ਰੁੱਖ ਵੀ ਲਗਾਏ ਜਾਣ। ਅੱਗੇ ਦੇਖੋ, ਤੁਸੀਂ ਦੇਖ ਸਕਦੇ ਹੋ ਉੱਪਰ ਪਿਕਚਰ ਦੇ ਵਿੱਚ ਤੁਹਾਨੂੰ ਦਿਖਾਇਆ ਗਿਆ ਫੋਟੋ 'ਚ ਕਿ ਕੁਦਰਤੀ ਬਨਸਪਤੀ ਕਿਹੜੇ-ਕਿਹੜੇ ਤਰ੍ਹਾਂ ਦੀ ਹੁੰਦੀ ਹੈ, ਮਤਲਬ ਕਿੰਨੇ ਤਰ੍ਹਾਂ ਦੇ ਪੇੜ ਪੌਦੇ ਜਾਂ ਜੰਗਲ ਪਾਏ ਜਾਂਦੇ ਹਨ। ਆਪਾਂ ਜਿਹੜੇ ਪੜਾਂਗੇ ਉਹਦੇ ਵਿੱਚ ਆਪਾਂ ਪੜਾਂਗੇ ਭੂਮੱਧ ਰੇਖੀ ਵਨ, ਮਤਲਬ ਇਹ ਕਿਵੇਂ ਨਾਮ ਦਿੱਤੇ ਗਏ ਹੈ ਉਹਨਾਂ ਦੀ ਲੋਕੇਸ਼ਨ ਦੇ ਮੁਤਾਬਿਕ ਕਿ ਕਿੱਥੇ-ਕਿੱਥੇ ਹੈ। ਫਿਰ ਆਪਾਂ ਪੜਾਂਗੇ ਮੌਨਸੂਨੀ, ਫਿਰ ਨੁਕੀਲੇ ਪੱਤਿਆਂ ਵਾਲੇ ਵਨ, ਫਿਰ ਘਾਹ ਦੇ ਮੈਦਾਨਾਂ ਬਾਰੇ ਪੜਾਂਗੇ। ਇੱਥੇ ਹਲੇ ਇਹਨਾਂ ਨੇ 3 ਪਾਰਟ ਹੀ ਦਿੱਤੇ ਹੈ, ਪਰ ਹੁੰਦੇ ਇਹ 5-6 ਤਰ੍ਹਾਂ ਦੇ ਵਣ ਹੈ। ਦੇਖੋ, ਉਪਰੋਕਤ ਚਿੱਤਰ ਤੋਂ ਸਾਨੂੰ ਬਨਸਪਤੀ ਦੀ ਵੰਡ ਇਕਸਾਰ ਨਹੀਂ ਲੱਗਦੀ, ਇਸ ਦੀ ਵੰਡ ਵਿੱਚ ਵਖਰੇਵਾਂ ਹੈ। ਤੁਸੀਂ ਹੁਣ ਆਪ ਹਿਸਾਬ ਲਗਾ ਲਓ ਕਿ ਆਪਾਂ ਪੜ੍ਹਦੇ ਹਾਂ ਕਿ ਆਪਣੇ ਜਿਹੜੇ ਲੈਂਡ ਫਾਰਮਸ ਹੈ, ਲੈਂਡ ਫਾਰਮਸ ਮਤਲਬ ਇੱਕ ਕਿਸੇ ਜਗ੍ਹਾ ਤੇ ਪਹਾੜ ਹੈ, ਕਿਸੇ ਜਗ੍ਹਾ ਤੇ ਪਠਾਰ ਹੈ, ਫਿਰ ਪਾਣੀ ਹੈ, ਇੱਕ ਪਾਸੇ ਮੈਦਾਨ ਹੈ। ਜਿਵੇਂ ਜਿਵੇਂ ਧਰਾਤਲ ਆਪਣਾ ਬਦਲਦਾ ਰਹਿੰਦਾ ਹੈ ਉਸ ਹਿਸਾਬ ਨਾਲ ਉੱਥੇ ਜਿਹੜੇ ਪੇੜ ਪੌਦੇ ਹੋਣਗੇ ਉਹ ਵੀ ਅਲੱਗ-ਅਲੱਗ ਹੋਣਗੇ, ਉਹਨਾਂ ਦੇ ਵਿੱਚ ਵੀ ਵਖਰੇਵਾਂ ਹੋਵੇਗਾ। ਮੰਨ ਲਓ ਰਾਜਸਥਾਨ, ਗੁਜਰਾਤ ਇਹਨਾਂ ਏਰੀਆ ਦੇ ਵਿੱਚ ਮਾਰੂਥਲ ਹੈ, ਤਾਂ ਇੱਥੇ ਇਹ ਜਿਹੇ ਪੇੜ ਪੌਦੇ ਹੋਣਗੇ। ਪਹਿਲਾਂ ਤਾਂ ਪੇੜ ਬਹੁਤ ਘੱਟ ਹੁੰਦੇ ਆ ਮਾਰੂਥਲ ਦੇ ਵਿੱਚ, ਪੌਦੇ ਹੀ ਹੋਣਗੇ ਤੇ ਉਹ ਵੀ ਕੰਡੇਦਾਰ ਹੋਣਗੇ, ਜਾਂ ਫਿਰ ਉਹ ਇਹਨਾਂ ਦੇ ਪੱਤੇ ਇਹ ਜਿਹੇ ਹੋਣਗੇ ਜਿਹੜੇ ਮੋਟੇ ਹੋਣ ਤਾਂ ਕਿ ਜੋ ਨਮੀ ਹੈ, ਪਾਣੀ ਹੈ, ਪੱਤਿਆਂ ਦੇ ਵਿੱਚ ਰਹਿ ਸਕੇ, ਬਾਹਰ ਨਾ ਨਿਕਲੇ ਤੇ ਪੱਤੇ ਖਰਾਬ ਨਾ ਹੋਣ, ਮਤਲਬ ਜੋ ਪੌਦੇ ਆ ਉਹ ਟੁੱਟਣ ਨਾ। ਦੂਜੀ ਚੀਜ਼, ਪਹਾੜੀ ਇਲਾਕੇ ਦੇ ਵਿੱਚ ਨੁਕੀਲੇ ਪੱਤੇ ਪਾਏ ਜਾਣ ਵਾਲੇ ਲੰਬੇ ਲੰਬੇ ਪੇੜ ਪਾਏ ਜਾਂਦੇ ਆ। ਮੈਦਾਨੀ ਇਲਾਕੇ ਦੇ ਵਿੱਚ ਜਿਵੇਂ ਆਪਾਂ ਰਹਿ ਰਹੇ ਹਾਂ, ਇੱਥੇ ਕਈ ਤਰ੍ਹਾਂ ਦੇ ਪੇੜ ਪੌਦੇ ਪਾਏ ਜਾਂਦੇ ਆ ਜੋ ਕਿ ਡਿਫਰੈਂਟ ਹੈ, ਮਤਲਬ ਸੀਜ਼ਨਲ ਵੀ ਹੁੰਦੇ ਆ। ਇਹ 6 ਮਹੀਨੇ ਕੋਈ ਹੋਰ ਹੁੰਦੇ, ਫਿਰ 6 ਮਹੀਨੇ ਪੱਤੇ ਵੀ ਝਾੜ ਦਿੰਦੇ ਆ, ਜਿਨ੍ਹਾਂ ਨੂੰ ਮਾਨਸੂਨੀ ਬੋਲਦੇ ਆ। ਕਈ ਪਹਾੜੀ ਇਲਾਕਿਆਂ ਵਿੱਚ ਇਹੋ ਜਿਹੇ ਪੇੜ ਪੌਦੇ ਪਾਏ ਜਾਂਦੇ ਆ ਜਿਹੜੇ ਹਮੇਸ਼ਾ ਸਦਾਬਹਾਰ ਹੁੰਦੇ ਆ। ਸਦਾਬਹਾਰ ਦਾ ਮਤਲਬ ਇਹ ਹੁੰਦਾ ਕਿ ਉਹ ਆਪਦੇ ਪੱਤੇ ਝਾੜਦੇ ਨਹੀਂ, ਕਿਉਂਕਿ ਜੇ ਉਹ ਕਈ ਪੱਤੇ ਇਹੋ ਜਿਹੇ ਝਾੜਨਗੇ ਤਾਂ ਦੂਜੇ ਵਾਰੀ ਨਾਲ ਹੀ ਦੂਸਰੇ ਪੱਤੇ ਹੋਰ ਲੱਗਣ ਲੱਗ ਜਾਂਦੇ ਆ। ਮਤਲਬ ਇੱਕ ਪੇੜ ਕਦੇ ਵੀ ਉਹ ਖਾਲੀ ਨਹੀਂ ਰਹਿੰਦਾ, ਉਹਨਾਂ ਨੂੰ ਬੋਲਦੇ ਸਦਾਬਹਾਰ ਪੱਤੇ। ਉਹ ਵੈਸੇ ਊਸ਼ਣ ਖੰਡੀ ਏਰੀਆ 'ਚ ਪਾਏ ਜਾਂਦੇ ਆ, ਊਸ਼ਣ ਖੰਡੀ ਵਣ ਬੋਲਿਆ ਜਾਂਦਾ ਉਹਨਾਂ ਨੂੰ। ਆਪਾਂ ਭੂਮੱਧ ਰੇਖਾ ਦੇ ਵਣ ਵੀ ਬੋਲਦੇ ਆ ਉਹਨਾਂ ਨੂੰ। ਅੱਛਾ, ਅਗਲੀ ਚੀਜ਼ ਆਪਾਂ ਨੂੰ ਜੋ ਦੱਸੀ ਗਈ ਹੈ, ਕਹਿੰਦੇ ਕਿ ਭਿੰਨ-ਭਿੰਨ ਅਕਸ਼ਾਂਸ਼ਾਂ ਤੇ ਭਿੰਨ-ਭਿੰਨ ਪ੍ਰਕਾਰ ਦੀ ਜਲਵਾਯੂ ਪਾਈ ਜਾਂਦੀ ਹੈ ਤੇ 3 ਵਰਗ 'ਚ ਇਹਨਾਂ ਨੂੰ ਵੰਡਿਆ ਗਿਆ ਹੈ। ਪਹਿਲਾ ਵਣ, ਦੂਜਾ ਘਾਹ ਦੇ ਮੈਦਾਨ, ਤੀਜਾ ਮਾਰੂਥਲੀ ਝਾੜੀਆਂ। ਪਹਿਲਾਂ ਆਪਾਂ ਵਣ ਬਾਰੇ ਦੇਖਦੇ ਹਾਂ ਕਿ ਭੂਮੱਧੀ ਰੇਖੀ ਵਣ ਕਿਹੜੇ ਹਨ। ਦੇਖੋ, ਇਸ ਨੂੰ ਤੁਸੀਂ ਯਾਦ ਰੱਖਣਾ ਹੈ, ਇਹ ਸਦਾਬਹਾਰ ਹੁੰਦੇ ਆ। ਇਹਨਾਂ ਦੇ ਵਿੱਚ ਜਿਹੜੇ ਪੇੜ ਪੌਦੇ ਉੱਥੇ ਉੱਗਣਗੇ ਜਿੱਥੇ ਤਾਪਮਾਨ ਵੀ ਜ਼ਿਆਦਾ ਹੋਊਗਾ, ਵਰਖਾ ਵੀ ਵਧੀਆ ਹੁੰਦੀ ਹੈ। 3 ਪੁਆਇੰਟ ਇਹ ਲਿਖਣੇ ਹੀ ਲਿਖਣੇ ਹੈ। ਵਰਖਾ ਬਾਰੇ ਸਦਾਬਹਾਰ ਵਣ ਹੈ, ਤਾਪਮਾਨ ਵੀ ਜ਼ਿਆਦਾ ਹੁੰਦਾ ਹੈ। ਇੱਕ ਚੀਜ਼ ਇਹਨਾਂ ਨੇ ਇੱਥੇ ਦੱਸੀ ਹੈ ਕਿ ਇਹਨਾਂ ਵਣਾਂ ਵਿੱਚ ਉੱਪਰਲੀਆਂ ਟਹਿਣੀਆਂ ਇਸ ਤਰ੍ਹਾਂ ਬਣੀਆਂ ਹੁੰਦੀਆਂ ਜਿਵੇਂ ਛਤਰੀ ਬਣੀ ਵੀ ਹੁੰਦੀ ਹੈ ਤੇ ਸੂਰਜ ਦੀ ਰੋਸ਼ਨੀ ਧਰਤੀ ਤੇ ਨਹੀਂ ਪੈਂਦੀ। ਇਹਨਾਂ ਵਣਾਂ ਵਿੱਚ ਕਈ ਪ੍ਰਕਾਰ ਦੇ ਰੁੱਖ ਹੁੰਦੇ ਹਨ। ਫਿਰ ਵੀ ਇਹ ਰੁੱਖ ਆਰਥਿਕ ਤੌਰ ਤੇ ਲਾਭਦਾਇਕ ਨਹੀਂ ਹੁੰਦੇ। ਕਾਰਨ ਕੀ ਇਹਦਾ? ਕਿਉਂਕਿ ਇਹ ਜ਼ਿਆਦਾ ਸੰਘਣੇ ਹੋਣ ਕਰਕੇ ਇਹਨਾਂ ਵਿੱਚੋਂ ਲੰਘਣਾ ਹੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਤੇ ਕੱਟਣਾ ਤਾਂ ਬਹੁਤ ਦੂਰ ਦੀ ਗੱਲ ਹੈ। ਦੱਖਣੀ ਅਮਰੀਕਾ, ਮੱਧ ਅਫਰੀਕਾ, ਦੱਖਣ ਪੂਰਬੀ ਏਸ਼ੀਆ, ਮੈਡਾਗਾਸਕਰ ਵਿੱਚ ਇਹਨਾਂ ਰੁੱਖਾਂ ਹੇਠ ਬਹੁਤ ਵੱਡੇ ਖੇਤਰ ਹਨ। ਆਸਟ੍ਰੇਲੀਆ, ਅਮਰੀਕਾ ਵਿੱਚ ਇਹਨਾਂ ਵਣਾਂ ਨੇ ਥੋੜਾ ਫੈਲਾਅ ਕੀਤਾ ਹੋਇਆ ਹੈ। ਲਾਸਟ ਲਾਈਨ ਇੰਪੋਰਟੈਂਟ ਹੈ ਜਿਹਦੇ ਵਿੱਚ ਤੁਸੀਂ ਇਹ ਦੱਸਣਾ ਹੈ ਕਿ ਦੱਖਣੀ ਅਮਰੀਕਾ ਦੇ ਵਿੱਚ ਬ੍ਰਾਜ਼ੀਲ ਦੇ ਅਮੇਜ਼ਨ ਬੇਸਿਨ ਵਿੱਚ ਇਸ ਪ੍ਰਕਾਰ ਦੇ ਵਣਾਂ ਨੂੰ ਸੈਲਵਾਸ ਕਿਹਾ ਜਾਂਦਾ ਹੈ। ਇਸ ਚੀਜ਼ ਨੂੰ ਯਾਦ ਰੱਖਣਾ ਹੈ। ਨੈਕਸਟ ਦੇਖੋ, ਇਹਨਾਂ ਬਾਰੇ ਹੀ ਦੱਸਿਆ ਗਿਆ ਹੈ ਕਿ ਇਹ ਆਕਾਸ਼ ਛੂਹਣ ਵਾਲੀ ਇਮਾਰਤਾਂ ਹੁੰਦੀਆਂ ਹਨ। ਸਾਰਾ ਪੈਰਾ ਕਰਨ ਦੀ ਕੋਈ ਲੋੜ ਨਹੀਂ ਹੈ, ਮੇਨ ਪੁਆਇੰਟ ਆਪਾਂ ਕਰਾਂਗੇ। ਇਹਦੇ ਵਿੱਚ ਜੋ ਚੌਥੀ ਲਾਈਨ 'ਚ ਦੇਖੋ, ਦਰਖਤਾਂ ਦੀਆਂ ਟਹਿਣੀਆਂ ਦੇ ਆਪਸ ਵਿੱਚ ਫਸਣ ਨਾਲ ਛਤਰੀਨੁਮਾ ਛੱਤ ਬਣ ਜਾਂਦੀ ਹੈ। ਇੱਥੇ ਸੂਰਜ ਦੀ ਰੋਸ਼ਨੀ ਥੋੜੀ ਪਹੁੰਚਦੀ ਹੈ ਜੋ ਫਲ ਅਤੇ ਫੁੱਲਾਂ ਪ੍ਰਤੀ ਚੰਗੀ ਹੈ। ਇਸ ਤੋਂ ਹੇਠਲੀ ਮੰਜ਼ਲ ਪਰਛਾਵੇਂ ਵਾਲੀ ਹੁੰਦੀ ਹੈ, ਜਿੱਥੇ ਵੇਲਾਂ ਦਰਖਤਾਂ ਤੇ ਚੜ ਜਾਂਦੀਆਂ ਹਨ ਤੇ ਆਪਸ ਵਿੱਚ ਲਿਪਟਦੀਆਂ ਰਹਿੰਦੀਆਂ ਹਨ। ਜਿਹੜੀਆਂ ਵੇਲਾਂ ਸੂਰਜ ਦੀ ਰੋਸ਼ਨੀ ਤੋਂ ਬਗੈਰ ਰਹਿ ਸਕਦੀਆਂ, ਉਹ ਸੂਰਜ ਦੀ ਰੋਸ਼ਨੀ ਪ੍ਰਾਪਤ ਕਰਨ ਲਈ ਉੱਪਰ ਵੱਲ ਵਧਦੀਆਂ ਜਾਂਦੀਆਂ ਹਨ। ਸਭ ਤੋਂ ਹੇਠਲੀ ਮੰਜ਼ਲ ਤੇ ਬਹੁਤ ਹਨੇਰਾ ਹੁੰਦਾ ਹੈ, ਸੂਰਜ ਦੀ ਰੋਸ਼ਨੀ ਉੱਥੇ ਬਿਲਕੁਲ ਨਹੀਂ ਪਹੁੰਚਦੀ। ਗਲੇ ਸੜੇ ਪੇੜ ਪੌਦੇ ਪੱਤੇ ਹੁੰਦੇ ਹਨ, ਕੀੜੇ ਮਕੌੜੇ ਨਾਲ ਢਕੀ ਹੁੰਦੀ ਉਹ ਜ਼ਮੀਨ।
इस करके ये जंगल मनुख लई अपहुंच हन। आर्थिक तौर पर इन्हां दा कोई महत्व नहीं है। आर्थिक तौर पर मतलब ये है कि इन्हां नूं कट के असीं कोई पैसा नहीं कमा सकते। अगले है पतझड़ी वन। पतझड़ी नाम तो ही पता लग रहा है, पत्ते झाड़ना। ये उप उष्ण अक्षांशां ते पाए जाते हैं। ਇਹਦੇ ਵਿੱਚ ਪੱਤੇ बहुत चौड़े ਹੁੰਦੇ ਹੈ। दूजी लाइन च देखो, ਇਹ ਵਨ ਉਹਨਾਂ ਖੇਤਰਾਂ ਵਿੱਚ ਵਧੇਰੇ ਹੁੰਦੇ ਹਨ ਜਿੱਥੇ ਮੌਨਸੂਨੀ ਹਵਾਵਾਂ ਕਰਕੇ ਜ਼ਿਆਦਾ ਵਰਖਾ ਹੁੰਦੀ ਹੈ। ਇਸੇ ਕਰਕੇ ਇਹਨਾਂ ਨੂੰ ਮੌਨਸੂਨ ਵਨ ਕਿਹਾ ਜਾਂਦਾ ਹੈ। ਜਿਸ ਰੁੱਤ ਵਿੱਚ ਵਰਖਾ ਨਹੀਂ ਹੁੰਦੀ ਇਹ ਵਨ ਆਪਣੇ ਪੱਤੇ ਝਾੜ ਦਿੰਦੇ ਹਨ, ਇਸ ਕਰਕੇ ਇਹਨਾਂ ਨੂੰ ਪਤਝੜੀ ਵਨ ਕਿਹਾ ਜਾਂਦਾ ਹੈ। ਇਹਨਾਂ ਦਾ ਆਰਥਿਕ ਬਹੁਤ ਮਹੱਤਵ ਹੈ ਕਿਉਂਕਿ ਇਹਨਾਂ ਨੂੰ ਕੱਟਿਆ ਜਾ ਸਕਦਾ ਹੈ। ਇਹ ਇੰਨੇ ਸੰਘਣੇ ਨਹੀਂ ਹੁੰਦੇ। ਬਾਕੀ ਜੋ ਚੀਜ਼ ਆਪਾਂ ਕੀਤੀ ਸੀਗੀ ਕਿ ਤਾਪਮਾਨ ਤੇ ਵਰਖਾ ਹੋਣੀ ਚਾਹੀਦੀ ਹੈ, ਬਿਲਕੁਲ ਹੋਣੀ ਚਾਹੀਦੀ ਹੈ, ਵਧੀਆ ਹੋਣੀ ਚਾਹੀਦੀ ਹੈ, ਪਰ ਜਿਹੜੇ ਆਪਾਂ ਭੂਮਧ ਰੇਖੀ ਵਨ ਕੀਤੇ ਸੀ ਉਹਦੇ ਨਾਲੋਂ ਘੱਟ ਹੁੰਦੀ ਹੈ ਇੱਥੇ ਵਰਖਾ। ਠੀਕ ਹੈ ਜੀ। ਨੈਕਸਟ ਆਪਾਂ ਪੜ੍ਹਦੇ ਹਾਂ ਨੁਕੀਲੇ ਪੱਤਿਆਂ ਵਾਲੇ ਵਨ। ਇਹ ਵਨ ਸ਼ੀਤ ਊਸ਼ਣ ਮਤਲਬ ਠੰਡੇ ਇਲਾਕਿਆਂ ਦੇ ਵਿੱਚ ਪਾਏ ਜਾਂਦੇ ਹਨ। ਨੁਕੀਲੇ ਪੱਤਿਆਂ ਵਾਲੇ ਵਨ ਨੂੰ ਸਦਾਬਹਾਰ ਵਨ ਵੀ ਆਖਦੇ ਹਨ। ਯੂਰੇਸ਼ੀਆ ਵਿੱਚ ਇਹਨਾਂ ਵਨਾਂ ਨੂੰ ਟੈਗਾ, ਇਹ ਇੰਪੋਰਟੈਂਟ ਹੈ, ਟੈਗਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਪਭੋਗਤਾ ਪੱਖੋਂ ਇਹ ਵਨ ਸਭ ਤੋਂ ਜ਼ਿਆਦਾ ਮਹੱਤਵਪੂਰਨ ਤੇ ਕੀਮਤੀ ਹੁੰਦੇ ਹਨ ਕਿਉਂਕਿ ਇਹਨਾਂ ਦੀ ਜਿਹੜੀ ਲੱਕੜ ਹੈ ਉਹ ਨਰਮ ਲੱਕੜ ਹੁੰਦੀ ਹੈ ਤੇ ਉਹ ਫਰਨੀਚਰ ਦੇ ਵਿੱਚ ਕੰਮ ਪਾਈ ਜਾਂਦੀ ਹੈ ਜਾਂ ਕੰਮ ਲਿੱਤੀ ਜਾਂਦੀ ਹੈ। ਇਹਨਾਂ ਵਨਾਂ ਵਿੱਚ ਝੀਲ, ਫਰ, ਸਪਰੂਸ, ਇਹਨਾਂ ਲਾਈਨ ਟਿਕ ਕਰੋ, ਰੁੱਖਾਂ ਦੀ ਨਰਮ ਲੱਕੜੀ ਮਿਲਦੀ ਹੈ ਜਿਸ ਤੋਂ ਲੱਕੜੀ ਦਾ ਗੁੱਦਾ ਅਤੇ ਕਾਗਜ਼ ਬਣਾਇਆ ਜਾਂਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਘਾਹ ਦੇ ਮੈਦਾਨਾਂ ਦੀ, ਜਿੱਥੇ ਦੋ ਘਾਹ ਦੇ ਮੈਦਾਨਾਂ ਦੀ ਗੱਲ ਕੀਤੀ ਗਈ ਹੈ, ਊਸ਼ਣ ਘਾਹ ਦੇ ਮੈਦਾਨ, ਸ਼ੀਤ ਊਸ਼ਣ ਘਾਹ ਦੇ ਮੈਦਾਨ। ਨਾਮ ਤੋਂ ਹੀ ਪਤਾ ਲੱਗ ਰਿਹਾ ਹੈ, ਊਸ਼ਣ ਮਤਲਬ ਗਰਮੀ ਦੇ ਤੇ ਸ਼ੀਤ ਊਸ਼ਣ ਮਤਲਬ ਜਿੱਥੇ ਠੰਡ ਹੋਊਗੀ। ਊਸ਼ਣ ਘਾਹ ਦੇ ਮੈਦਾਨ 10 ਡਿਗਰੀ ਤੋਂ ਲੈ ਕੇ 30 ਡਿਗਰੀ ਅਕਸ਼ਾਂਸ਼ਾਂ ਦੇ ਉੱਤਰੀ ਅਤੇ ਦੱਖਣੀ ਅਰਧ ਗੋਲਿਆਂ ਵਿੱਚ ਪਾਏ ਜਾਂਦੇ ਹਨ। ਇਹਨਾਂ ਘਾਹ ਦੇ ਮੈਦਾਨਾਂ ਨੂੰ ਸਵਾਨਾ ਘਾਹ ਦੇ ਮੈਦਾਨ ਵੀ ਕਿਹਾ ਜਾਂਦਾ ਹੈ। ਅਫਰੀਕਾ ਵਿੱਚ ਇਹਨਾਂ ਨੂੰ ਪਾਰਕਲੈਂਡ, ਵੈਨੇਜ਼ੁਏਲਾ ਵਿੱਚ ਲਾਨੋਜ਼, ਬ੍ਰਾਜ਼ੀਲ ਵਿੱਚ ਕੈਂਪੋਜ਼ ਕਹਿੰਦੇ ਹਨ। ਇਹ ਲਾਈਨ ਨੂੰ ਲਰਨ ਕਰਨਾ ਹੈ, ਛੋਟੇ ਕੁਐਸਚਨਸ ਦੇ ਵਿੱਚ ਆਉਂਦੀ ਹੁੰਦੀ ਹੈ। ਇਹ ਘਾਹ 5 ਮੀਟਰ ਤੱਕ ਉੱਚੀ ਹੋ ਜਾਂਦੀ ਹੈ ਅਤੇ ਸੁੱਕ ਕੇ ਇਹ ਬਹੁਤ ਸਖਤ ਹੋ ਜਾਂਦੀ ਹੈ। ਟਾਵੇਂ ਟਾਵੇਂ ਛੋਟੇ ਕੱਦ ਦੇ ਰੁੱਖ ਹੀ ਵੀ ਉਗਦੇ ਹਨ। ਟਾਵੇਂ ਟਾਵੇਂ ਮਤਲਬ ਕਿਤੇ ਕਿਤੇ। ਇਹਨਾਂ ਘਾਹ ਦੇ ਮੈਦਾਨਾਂ ਵਿੱਚ ਘਾਹ ਖਾਣ ਵਾਲੇ ਅਤੇ ਮਾंस ਖਾਣ ਵਾਲੇ ਪਸ਼ੂ ਬਹੁਤ ਜ਼ਿਆਦਾ ਪਾਏ ਜਾਂਦੇ ਹਨ। ਸ਼ੀਤ ਊਸ਼ਣ, ਇਹ ਘਾਹ ਦੇ ਮੈਦਾਨ ਸ਼ੀਤ ਊਸ਼ਣ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਪਾਏ ਜਾਂਦੇ ਹਨ। ਘਾਹ ਬਹੁਤ ਹੀ ਉੱਚੀ ਨਹੀਂ ਹੁੰਦੀ ਪਰ ਨਰਮ ਹੁੰਦੀ ਹੈ, ਸੰਘਣੀ ਹੁੰਦੀ ਹੈ, ਪਸ਼ੂਆਂ ਨੂੰ ਖਾਣ 'ਚ ਸੌਖੀ ਹੁੰਦੀ ਹੈ। ਯੂਰੇਸ਼ੀਆ ਵਿੱਚ ਇਹਨਾਂ ਨੂੰ ਸਟੈਪਿਜ਼, ਉੱਤਰੀ ਅਮਰੀਕਾ ਵਿੱਚ ਪ੍ਰੇਰੀਜ਼, ਦੱਖਣੀ ਅਮਰੀਕਾ ਵਿੱਚ ਪੰਪਾਜ਼, ਦੱਖਣੀ ਅਫਰੀਕਾ ਵਿੱਚ ਵੈਲਡ ਅਤੇ ਆਸਟ੍ਰੇਲੀਆ ਵਿੱਚ ਡਾਊਨਸ ਦੇ ਨਾਮ ਨਾਲ ਇਹ ਜਾਣੀ ਜਾਂਦੀ ਹੈ। ਸ਼ੀਤ ਊਸ਼ਣ ਘਾਹ ਦੇ ਮੈਦਾਨ। ਅਗਲਾ ਮਾਰੂਥਲੀ ਬਨਸਪਤੀ। ਨਾਮ ਤੋਂ ਹੀ ਪਤਾ ਲੱਗ ਰਿਹਾ ਮਾਰੂਥਲ ਹੈ ਮਤਲਬ ਇਹ ਜੀ ਬਨਸਪਤੀ ਜਿਹਦੇ ਵਿੱਚ ਕੈਕਟਸ, ਜੰਡ, ਕਿੱਕਰ ਇਹ ਵਾਲੇ ਪੇੜ ਪੌਦੇ ਹੋਣਗੇ। ਗਰਮ ਮਾਰੂਥਲ ਵੀ ਹੁੰਦਾ, ਠੰਡਾ ਮਾਰੂਥਲ ਵੀ ਹੁੰਦਾ। ਗਰਮ ਮਾਰੂਥਲ ਦੇ ਵਿੱਚ ਜਿਹੜੀ ਮੈਂ ਹੁਣ ਤੱਕ ਤੁਹਾਨੂੰ ਐਗਜ਼ਾਮਪਲਸ ਦਿੱਤੀਆਂ ਕਿ ਗਰਮੀ ਬਹੁਤ ਹੋਊਗੀ, ਵਰਖਾ ਬਹੁਤ ਘੱਟ ਹੋਊਗੀ। ਦੇਖੋ ਆ ਲਿਖਿਆ ਹੋਇਆ ਹੈ, ਕੰਡੇਦਾਰ ਝਾੜੀਆਂ, ਠੋਰ, ਛੋਟੀਆਂ ਛੋਟੀਆਂ ਜੜੀ ਬੂਟੀਆਂ ਤੇ ਘਾਹ ਆਦਿ ਹੁੰਦੇ ਹਨ। ਗਰਮੀ ਤੇ ਖੁਸ਼ਕੀ ਸਹਿਣ ਕਰ ਸਕਣ ਇਸ ਤਰ੍ਹਾਂ ਦੇ ਪੱਤੇ ਹੁੰਦੇ ਹਨ ਕਿ ਮੋਟੇ ਹੁੰਦੇ ਹਨ। ਜੜਾਂ ਵੀ ਉਹਨਾਂ ਦੀ ਲੰਬੀਆਂ ਤੇ ਮੋਟੀਆਂ ਹੁੰਦੀਆਂ ਹਨ ਤਾਂ ਕਿ ਪੌਦੇ ਡੂੰਘਾਈ ਤੋਂ ਨਮੀ ਪ੍ਰਾਪਤ ਕਰ ਸਕਣ। ਪੌਦਿਆਂ ਦਾ ਛਿਲਕਾ ਮੋਟਾ, ਪੱਤੇ ਮੋਟੇ, ਚੀਕਨੇ ਹੁੰਦੇ ਹਨ ਤਾਂ ਜੋ ਵਾਸ਼ਪੀਕਰਨ ਘੱਟ ਤੋਂ ਘੱਟ ਹੋਵੇ ਮਤਲਬ ਇਵੈਪੋਰੇਸ਼ਨ ਘੱਟ ਤੋਂ ਘੱਟ ਹੋਵੇ। ਅੱਗੇ ਠੰਡੇ ਮਾਰੂਥਲ। ਇਹ ਖੇਤਰ ਵਧੇਰੇ ਸਮਾਂ ਬਰਫ਼ ਨਾਲ ਢਕੇ ਰਹਿੰਦੇ ਹਨ। ਜਦੋਂ ਥੋੜੇ ਸਮੇਂ ਵਾਸਤੇ ਬਰਫ਼ ਪਿਘਲਦੀ ਹੈ ਤਾਂ ਰੰਗ ਬਿਰੰਗੇ ਫੁੱਲਾਂ ਵਾਲੇ ਨਿੱਕੇ ਨਿੱਕੇ ਪੌਦੇ ਉੱਗ ਪੈਂਦੇ ਹਨ। ਉੱਤਰੀ ਭਾਗਾਂ ਵਿੱਚ ਛੋਟੀ ਛੋਟੀ ਘਾਹ ਜਿਵੇਂ ਕਾਈ ਤੇ ਲਿਚਨ ਉਗਦੀ ਹੈ। ਕਾਈ ਤੁਸੀਂ ਦੇਖੀ ਹੋਣੀ ਹੈ, ਹਰੇ ਰੰਗ ਦੀ ਹੁੰਦੀ ਹੈ ਜਿਹੜੀ ਆਪਾਂ ਜਦੋਂ ਬਹੁਤ ਜ਼ਿਆਦਾ ਨਮੀ ਹੋਵੇ ਨਾ ਉੱਥੇ ਸਫਾਈ ਹੋਈ ਹੋਵੇ ਤਾਂ ਕਾਈ ਜੰਮ ਜਾਂਦੀ ਹੈ। ਮਾਰੂਥਲਾਂ ਦੀ ਇਹ ਛੋਟੀ ਮੋਟੀ ਬਨਸਪਤੀ ਕਿਸੇ ਵੀ ਆਰਥਿਕ ਮਹੱਤਵ ਦੀ ਨਹੀਂ ਹੈ ਮਤਲਬ ਇਹਨਾਂ ਨੂੰ ਕੱਟ ਵੱਢ ਕੇ ਕੁਝ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਅੱਗੇ ਆਪਾਂ ਨੂੰ ਦੱਸਿਆ ਗਿਆ ਕਿ ਵਨਾਂ ਦੀ ਸੰਭਾਲ ਕਿਵੇਂ ਕਰਨੀ ਚਾਹੀਦੀ ਹੈ। ਇਹ ਵੱਡਾ ਕੁਐਸਚਨ ਵੀ ਤੁਹਾਨੂੰ ਆ ਜਾਂਦਾ ਹੈ। ਉਸ ਤੋਂ ਬਾਅਦ ਜੰਗਲੀ ਜੀਵਾਂ ਬਾਰੇ ਦੱਸਣਗੇ। ਬਹੁਤ ਇੰਪੋਰਟੈਂਟ ਹੈ ਤੇ ਬਹੁਤ ਈਜ਼ੀ ਹੈ, ਤੁਸੀਂ ਆਪਦੀ ਲੈਂਗੁਏਜ ਵਿੱਚ ਵੀ ਇਸ ਨੂੰ ਲਿਖ ਸਕਦੇ ਹੋ। ਵਨਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਆਪਦੇ ਵੱਲੋਂ ਲਿਖ ਦਿਓ ਕਿ ਵਨ ਸਾਨੂੰ ਕੀ ਕੁਝ ਦਿੰਦੇ ਹਨ। ਆਪਾਂ ਸ਼ੁਰੂ 'ਚ ਹੀ ਕੀਤਾ ਸੀ, ਸਾਡੀਆਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਸਾਨੂੰ ਪੇੜ ਪੌਦੇ ਮਿਲਦੇ ਹੈ, ਲੱਕੜ ਮਿਲਦੀ ਹੈ, ਗੂੰਦ, ਗੰਧ, ਬਰੋਜਾ ਸਾਰੇ ਪੜ੍ਹੇ ਸੀ, ਉਹ ਸਾਰੀ ਚੀਜ਼ਾਂ ਮਿਲਦੀ ਹੈ।
ਅਸੀਂ बनावटी कपड़े भी देखो मैं ਤੁਹਾਨੂੰ पढ़ के दस दिनी है सारी चीज ਉਹਨਾਂ ਸਾਰੀ ਚੀਜ਼ਾਂ ਨੂੰ ਵੀ ਪ੍ਰਾਪਤ ਕੀਤਾ ਜਾਂਦਾ ਹੈ ਪੇੜ ਪੌਦਿਆਂ ਤੋਂ। ਅਸਿੱਧੇ ਤੌਰ ਵਾਲੇ ਸਾਰੇ ਪੁਆਇੰਟ ਵੀ ਤੁਸੀਂ ਲਿਖ ਸਕਦੇ ਹੋ ਕਿ ਆਕਸੀਜਨ ਮਿਲਦੀ ਹੈ, ਭੂਖ ਨਹੀਂ ਖੁਰਦੀ, ਵਰਖਾ ਲਿਆਉਣ ਵਿੱਚ ਮਦਦ ਕਰਦੇ ਹੈ, ਸੰਤੁਲਨ ਬਣਾਈ ਰੱਖਦੇ ਆ ਵਾਤਾਵਰਣ ਦਾ, ਵਾਯੂਮੰਡਲ ਦਾ। ਇਹਨਾਂ ਚੀਜ਼ਾਂ ਦੇ ਨਾਲ ਜੇ ਅਸੀਂ ਵਨਾਂ ਦੀ ਸੰਭਾਲ ਨਹੀਂ ਕਰਾਂਗੇ ਤਾਂ ਸਾਡਾ ਹੀ ਜੀਵਨ ਖਤਰੇ ਵਿੱਚ ਹੋਏਗਾ। ਇਸ ਲਈ ਸਾਨੂੰ ਸੰਭਾਲ ਕਰਨ ਲਈ ਕੀ ਕਰਨਾ ਚਾਹੀਦਾ ਹੈ? ਹੁਣ ਉਹ ਪੁਆਇੰਟਸ ਆਪਾਂ ਦੇਖਦੇ ਹਾਂ ਕਿ ਪਸ਼ੂਆਂ ਨੂੰ ਘੱਟ ਚਰਵਾਉਣਾ ਚਾਹੀਦਾ ਹੈ ਬਾਹਰ, ਆਪ ਖਰੀਦ ਕੇ ਫਿਰ ਕੋਈ ਚੀਜ਼ ਚਾਰਾ ਚਰਵਾਉਣਾ ਚਾਹੀਦਾ ਹੈ। ਦੂਸਰੀ ਗੱਲ, ਪੇੜ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਆ, ਕੱਟਣੇ ਘੱਟ ਚਾਹੀਦੇ ਆ। ਜੇ ਕੱਟਣੇ ਪੈ ਰਹੇ ਆ ਤਾਂ ਉਹਨੇ ਹੀ, ਇੱਕ ਕੱਟਦੇ ਆ ਤਾਂ 2 ਲਗਾਉਣੇ ਚਾਹੀਦੇ ਆ। ਚਲੋ ਦੇਖੋ ਹੁਣ ਆਪਾਂ ਪੜ੍ਹਦੇ ਹਾਂ ਕਿ ਵਨਾਂ ਦਾ ਸਾਡੇ ਲਈ ਬਹੁਤ ਮਹੱਤਵ ਹੈ ਕਿਉਂਕਿ ਇਹ ਸਾਡੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ। ਵਨਾਂ ਦੀ ਲੱਕੜੀ ਦੀ ਵਧੇਰੇ ਵਰਤੋਂ ਬਾਲਣ ਦੇ ਰੂਪ ਵਿੱਚ ਹੁੰਦੀ ਹੈ। ਕੁੱਲ ਵਰਤੀ ਜਾਣ ਵਾਲੀ ਲੱਕੜੀ ਵਿੱਚੋਂ 50% ਬਾਲਣ ਦੇ ਤੌਰ ਤੇ ਅਤੇ 33% ਮਕਾਨ ਉਸਾਰੀ ਵਿੱਚ ਵਰਤ ਲਈ ਜਾਂਦੀ ਹੈ। ਬਾਕੀ ਹੋਰ ਸਾਰੇ ਕੰਮਾਂ ਜਿਵੇਂ ਕਿ ਕਾਗਜ਼ ਬਣਾਉਣਾ, ਰੇਲ ਦੇ ਡੱਬੇ ਤੇ ਸਲੀਪਰ, ਰਿਓਨ ਕੀ ਹੁੰਦਾ ਹੈ, ਇੱਕ ਬਣਾਵਟੀ ਕੱਪੜਾ ਹੈ, ਠੀਕ ਹੈ, ਉਹਨੂੰ ਬਣਾਉਣ ਦੇ ਲਈ ਵੀ ਵਰਤੀ ਜਾਂਦੀ ਹੈ। ਵਸੋਂ ਵਧਣ ਨਾਲ ਖਪਤ ਵੱਧ ਰਹੀ ਹੈ ਪਰ ਵਨ ਖੇਤਰ ਘਟ ਰਿਹਾ ਹੈ। ਇਸ ਲਈ ਵਨਾਂ ਦੀ ਸੰਭਾਲ ਤੇ ਨਵੇਂ ਰੁੱਖ ਲਗਾਉਣ ਵੱਲ ਉਚੇਚਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਚੇਚਾ ਮਤਲਬ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਕਈ ਵਾਰੀ ਵਨਾਂ ਦਾ ਅੱਗ ਲੱਗਣ ਨਾਲ ਵੀ ਨੁਕਸਾਨ ਹੁੰਦਾ ਹੈ। ਇਸ ਪਾਸੇ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਲੋੜ ਹੈ ਕਿ ਅਜਿਹੀ ਕਿਸੇ ਕਿਸਮ ਦੀ ਸਾਵਧਾਨੀ ਜਾਂ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਕਿਸੇ ਕਿਸਮ ਦੀ ਸਾਵਧਾਨੀ ਨਹੀਂ ਆਉਣਾ ਚਾਹੀਦਾ, ਇੱਥੇ ਆਊਗਾ ਕਿ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਕਟਾਈ ਨਿਯਮਬੱਧ ਹੋਣੀ ਚਾਹੀਦੀ ਹੈ। ਨਵੇਂ ਰੁੱਖ ਲਗਾਉਣੇ ਚਾਹੀਦੇ ਹਨ। ਕੀੜੇ ਮਕੌੜੇ ਅਤੇ ਬਿਮਾਰੀਆਂ ਨਾਲ ਰੁੱਖ ਨਸ਼ਟ ਹੋ ਜਾਂਦੇ ਹਨ। ਨਹਿਰਾਂ, ਨਦੀਆਂ, ਸੜਕਾਂ, ਰੇਲ ਪਟੜੀਆਂ ਦੇ ਨਾਲ ਖਾਲੀ ਪਈ ਭੂਮੀ ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਬਾਲਣ ਲਈ ਲੱਕੜੀ ਦੀ ਖਪਤ ਘਟਾਈ ਜਾਣੀ ਚਾਹੀਦੀ ਹੈ ਅਤੇ ਹੋਰ ਸਾਧਨ ਜਿਵੇਂ ਕਿ ਗੈਸ, ਸੂਰਜੀ ਸ਼ਕਤੀ ਚੁੱਲ੍ਹੇ, ਗੋਬਰ ਗੈਸ ਆਦਿ ਵਰਤੋਂ ਕਰਨੀ ਚਾਹੀਦੀ ਹੈ। ਮਕਾਨ ਉਸਾਰੀ ਵਿੱਚ ਵੀ ਲੱਕੜ ਦੇ ਬਦਲ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਅਰਥਾਤ ਮਕਾਨ ਉਸਾਰੀ ਵਿੱਚ ਘੱਟ ਤੋਂ ਘੱਟ ਲੱਕੜ ਦੀ ਵਰਤੋਂ ਕਰਨੀ ਚਾਹੀਦੀ ਹੈ। ਵੈਸੇ ਵੀ ਜਿੰਨੀ ਘੱਟ ਲੱਕੜ ਦੀ ਵਰਤੋਂ ਕਰਾਂਗੇ ਉਨੀ ਸੌਂਖ ਘੱਟ ਲੱਗਦੀ ਹੈ, ਉਹਨੇ ਪੈਸੇ ਫਿਰ ਘੱਟ ਬਰਬਾਦ ਹੁੰਦੇ ਆ। ਠੀਕ ਹੈ ਜੀ। ਅੱਗੇ ਜੰਗਲੀ ਜੀਵ। ਜੰਗਲਾਂ ਦੇ ਵਿਕਾਸ ਦੇ ਨਾਲ ਜੰਗਲੀ ਜੀਵਾਂ ਦੀ ਵੀ ਗਿਣਤੀ ਕਾਫੀ ਘਟ ਗਈ ਹੈ। ਮਨੁੱਖ ਜੰਗਲ ਕੱਟਣ ਦੇ ਨਾਲ ਜੰਗਲੀ ਜੀਵਾਂ ਦਾ ਸ਼ਿਕਾਰ ਕਰਦੇ ਹਨ। ਮਾਂਸ, ਖੰਭ ਤੇ ਖੱਲਾਂ ਦੀ ਪ੍ਰਾਪਤੀ ਕਰਨ ਲਈ ਅੰਨ੍ਹੇਵਾਹ ਉਹਨਾਂ ਨੂੰ ਮਾਰਦੇ ਹਨ। ਸਿੱਟੇ ਵਜੋਂ ਜੰਗਲੀ ਜੀਵਾਂ ਦੀਆਂ ਕਈ ਜੀਵ ਜਾਤੀਆਂ ਅਲੋਪ ਹੋ ਗਈਆਂ ਤੇ ਕਈਆਂ ਦੀ ਗਿਣਤੀ ਇੰਨੀ ਘਟ ਗਈ ਹੈ ਕਿ ਅਲੋਪ ਹੋਣ ਦੀ ਸੰਭਾਵਨਾ ਹੈ। ਪ੍ਰਸਥਿਤੀ ਸੰਤੁਲਨ ਨੂੰ ਕਾਇਮ ਰੱਖਣ ਲਈ ਇਹਨਾਂ ਜੀਵਾਂ ਦੀ ਹੋਂਦ ਵਿੱਚ ਹੋਣੀ ਬਹੁਤ ਜ਼ਰੂਰੀ ਹੈ। ਮਨੁੱਖ ਨੇ ਜੰਗਲ ਸਾਫ਼ ਕਰਕੇ, ਸ਼ਿਕਾਰ ਕਰਕੇ ਪ੍ਰਸਥਿਤੀ ਸੰਤੁਲਨ ਨੂੰ ਵਿਗਾੜ ਦਿੱਤਾ ਹੈ। ਕੁਦਰਤ ਨੇ ਜੀਵ ਮੰਡਲ ਦੀ ਰਚਨਾ ਇਸ ਪ੍ਰਕਾਰ ਕੀਤੀ ਹੈ ਕਿ ਇੱਕ ਜੀਵ ਦੂਸਰੇ ਜੀਵ ਤੇ ਨਿਰਭਰ ਕਰਦਾ ਹੈ, ਜਿਹਨੂੰ ਆਪਾਂ ਫੂਡ ਚੇਨ ਵੀ ਬੋਲਦੇ ਹਾਂ ਕਿ ਇੱਕ ਦੂਜੇ ਨੂੰ ਖਾ ਕੇ ਉਹ ਆਪਦਾ ਜੀਵਨ ਨਿਰਵਾਹ ਕਰਦੇ ਹਨ। ਛੋਟੇ ਜੀਵ ਵੱਡੇ ਜੀਵਾਂ ਦਾ ਭੋਜਨ ਹਨ। ਮਾंस ਖਾਣ ਵਾਲੇ ਜੀਵ ਘਾਹ ਖਾਣ ਵਾਲੇ ਜੀਵਾਂ ਤੇ ਨਿਰਭਰ ਕਰਦੇ ਹਨ। ਇਸ ਤਰ੍ਹਾਂ ਕਿਸੇ ਇੱਕ ਜੀਵ ਜਾਤੀ ਦੀ ਅਣਹੋਂਦ ਦੇ ਨਾਲ ਕੁਦਰਤੀ ਵਾਤਾਵਰਣ ਵਿੱਚ ਬੇਨਿਯਮੀ ਉਤਪੰਨ ਹੋ ਜਾਂਦੀ ਹੈ। ਜ਼ਰਾ ਸੋਚੋ, ਜੇ ਸ਼ੇਰਾਂ, ਚੀਤਿਆਂ ਆਦਿ ਵਰਗੇ ਮਾਸਾਹਾਰੀ ਜੀਵਾਂ ਦੀ ਗਿਣਤੀ ਵਧੇਰੇ ਹੋ ਜਾਵੇ ਤੇ ਘਾਹ ਖਾਣ ਵਾਲੇ ਘਟ ਜਾਣ ਤਾਂ ਕੀ ਹੋਵੇਗਾ? ਸੰਤੁਲਨ ਵਿਗੜ ਜਾਵੇਗਾ। ਮਾਸਾਹਾਰੀ ਜੀਵ ਮਨੁੱਖ ਨੂੰ ਖਾਣ, ਜਦੋਂ ਉਹਨਾਂ ਨੂੰ ਕੋਈ ਜਾਨਵਰ ਨਹੀਂ ਮਿਲੂਗਾ ਤਾਂ ਫਿਰ ਉਹ ਮਨੁੱਖ ਨੂੰ ਹੀ ਖਾਣਗੇ। ਤਾਂ ਸ਼ੇਰ, ਚੀਤਿਆਂ ਦੀ ਗਿਣਤੀ ਘਟ ਜਾਵੇ ਤਾਂ ਕੀ ਹੋਵੇਗਾ? ਘਾਹ ਖਾਣ ਵਾਲਿਆਂ ਦੀ ਗਿਣਤੀ ਵੱਧ ਜਾਵੇ ਤਾਂ ਧਰਤੀ ਦਾ ਸਾਰਾ ਘਾਹ ਹੀ ਖਾ ਲੈਣਗੇ। ਠੀਕ ਹੈ। ਲੈ ਲਹਾਉਂਦਾ ਕੁਛ ਨਹੀਂ ਮਿਲੂਗਾ, ਸਿਰਫ ਮਾਰੂਥਲ ਹੋਣਗੇ। ਭੂੰ ਖੁਰਦੀ ਰਹੂਗੀ ਮਤਲਬ ਧਰਤੀ ਸਾਰੀ ਖੁਰ ਜੂਗੀ। ਅਰਥਾਤ ਬਹੁਤ ਜ਼ਰੂਰੀ ਹੈ ਕਿ ਸੰਤੁਲਨ ਵਿਗੜਨਾ ਨਹੀਂ ਚਾਹੀਦਾ, ਪ੍ਰਸਥਿਤੀ ਸੰਤੁਲਨ ਨੂੰ ਕਾਇਮ ਰੱਖਣਾ ਚਾਹੀਦਾ ਹੈ। ਜੰਗਲੀ ਜੀਵ ਵੀ ਕਿਸੇ ਦੇਸ਼ ਦੀ ਸੰਪत्ति ਹਨ। ਇਸ ਕਰਕੇ ਬਹੁਤ ਸਾਰੇ ਦੇਸ਼ਾਂ ਵਿੱਚ ਸ਼ਿਕਾਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਭਾਰਤ ਵਿੱਚ ਵੀ ਸ਼ਿਕਾਰ ਕਰਨਾ ਇੱਕ ਜੁਰਮ ਹੈ ਤੇ ਸ਼ਿਕਾਰ ਕਰਨ ਵਾਲੇ ਵਿਅਕਤੀ ਸਜ਼ਾ ਦਾ ਭਾਗੀ ਬਣ ਜਾਂਦਾ ਹੈ। ਇਹ ਅਨੁਭਵ ਕਰ ਲਿਆ ਗਿਆ ਹੈ ਕਿ ਜੰਗਲੀ ਜੀਵਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਜਿਵੇਂ ਪਹਿਲਾਂ ਕਈ ਜੀਵ ਜਾਤੀਆਂ ਅਲੋਪ ਹੋ ਗਈਆਂ ਹਨ, ਰਹਿੰਦੀਆਂ ਜਾਤੀਆਂ ਵੀ ਸਮਾਂ ਪਾ ਕੇ ਅਲੋਪ ਹੋ ਜਾਣਗੀਆਂ। ਇਸ ਕਰਕੇ ਇਹਨਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਇਸ ਸੰਬੰਧ ਦੇ ਵਿੱਚ ਆਪਾਂ ਨੂੰ ਇੱਕ ਨਕਸ਼ਾ ਵੀ ਦਿੱਤਾ ਹੋਇਆ ਜੋ ਪਿਛਲੇ ਪੇਜ ਤੇ ਹੈ, ਆਪਾਂ ਇਹ ਤੋਂ ਬਾਅਦ ਦੇਖਦੇ ਹਾਂ। ਸਾਡੇ ਦੇਸ਼ ਵਿੱਚ ਗੈਂਡਾ, ਚੀਤਾ, ਸ਼ੇਰ ਇਹਨਾਂ ਜਾਨਵਰਾਂ ਦੀ ਗਿਣਤੀ ਬਹੁਤ ਘਟ ਗਈ ਹੈ।
ਸੰਯੁਕਤ ਰਾਜ ਅਮਰੀਕਾ, ਭਾਰਤ ਅਤੇ ਹੋਰ ਦੇਸ਼ਾਂ ਵਿੱਚ ਰਾਸ਼ਟਰੀ ਪਾਰਕ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਜੰਗਲੀ ਜੀਵਾਂ ਨੂੰ ਸੁਰੱਖਿਅਤ ਰੱਖਣ ਲਈ ਕੁਦਰਤੀ ਵਾਤਾਵਰਣ ਪ੍ਰਾਪਤ ਕੀਤਾ ਗਿਆ ਹੈ। ਭਾਰਤ ਵਿੱਚ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਲਗਭਗ 103 ਲਾਈਨ ਟਿਕ ਕਰੋ ਰਾਸ਼ਟਰੀ ਪਾਰਕ ਹਨ। ਅਗਲੀ ਵੀ ਲਾਈਨ ਟਿਕ ਕਰਿਓ ਕਿ ਜਿਮ ਕਾਰਬੇਟ, ਸ਼ਿਵਪੁਰੀ, ਕਨੇਰੀ, ਰਾਜਦੇਵਗਾ, ਗੀਰ ਆਦਿ ਰਾਸ਼ਟਰੀ ਪਾਰਕ ਹਨ। ਇਹਨਾਂ ਤੋਂ ਇਲਾਵਾ ਜੀਵਾਂ ਤੇ ਪੰਛੀਆਂ ਵਾਸਤੇ ਵੱਖ-ਵੱਖ ਰਾਖਵੇਂ ਕੇਂਦਰ ਹਨ। ਪੰਜਾਬ ਵਿੱਚ ਛੱਤਬੀੜ ਅਜਿਹਾ ਹੀ ਕੇਂਦਰ ਹੈ। ਕੀ ਤੁਸੀਂ ਦੇਖਿਆ ਹੈ ਇਹ ਕੇਂਦਰ? ਅਫਰੀਕਾ ਦਾ ਸਵਾਨਾ ਘਾਹ ਖੇਤਰ ਪ੍ਰਦੇਸ਼ ਜੰਗਲੀ ਜੀਵਾਂ ਦਾ ਵਿਸ਼ਾਲ ਘਰ ਹੈ। ਸੰਸਾਰ ਦੇ ਦੂਰ ਦੁਰਾਡੇ ਦੇਸ਼ਾਂ ਤੋਂ ਯਾਤਰੀ ਇਹਨਾਂ ਜੰਗਲਾਂ ਨੂੰ ਵੇਖਣ ਆਉਂਦੇ ਹਨ। ਇਸ ਖੇਤਰ ਵਿੱਚ ਜੈਬਰਾ, ਜਿਰਾਫ, ਬਾਰਾਸਿੰਗਾ, ਹਿਰਨ, ਸ਼ੇਰ, ਬੱਬਰ ਸ਼ੇਰ, ਚੀਤਾ, ਬਾਘ, ਹਾਥੀ, ਜੰਗਲੀ ਮੱਝ, ਗੈਂਡੇ, ਅਨੇਕ ਪ੍ਰਕਾਰ ਦੇ ਹੋਰ ਕਈ ਜਾਨਵਰ ਤੇ ਕੀੜੇ ਮਕੌੜੇ ਵੀ ਹੁੰਦੇ ਹਨ। ਇਹ ਹੈ ਆਪਣਾ ਪਾਠ। ਹੁਣ ਆਪਾਂ ਦੇਖਣਾ ਨਕਸ਼ਾ। ਤੁਸੀਂ ਦੇਖ ਸਕਦੇ ਹੋ ਕਿ ਸੰਸਾਰ ਦੇ ਵਿੱਚ ਜੀਵ ਜਾਤੀਆਂ ਜਿਨ੍ਹਾਂ ਦਾ ਅਲੋਪ ਹੋਣ ਦਾ ਡਰ ਹੈ। देखो साफ पता लग रहा है कि केड़े केड़े जीव। आ देखो पेंगुइन, इधर वेल, डॉल्फिन, फिर आ देखो एनिमल्स लगे हुए है सारे जेड़े जेड़े खत्म होंदे जा रहे हैं। ऊपर उन्होंने नाम भी लिखे है, जिवें देखो नीली वेल लिखा हुआ है, गिद्दड़ लिखा हुआ है। भारत दे विच देख सकते हो एशियाई हाथी है, इत्थे चीता है जिहड़ा घटदा जा रहा है, बघियाड़ अगे जाके। मतलब तुसी इस नक्शे नूं चंगी तरह पढ़ोगे तुहानूं पता लग जूगा किहड़े किहड़े अलोप हुंदे जा रहे हैं। सो ये सी तुहाडा चैप्टर बेटे 20वां पाठ, सॉरी 5वां पाठ। ते इस तों बाद आपां हुण नैक्सट पार्ट दी वीडियो बना के तुहानूं शेयर करांगे। थैंक यू ऑल।